इक ओंकार सतनाम करता पुरख निरभउ निर्वैर अकाल मूरत अजूनी सैभंग गुर प्रसाद। मछली जाल ना जानिया सर खास गहा, अत सियाणी सोहणी क्यों कीतो वेसा। अत सियाणी सोहणी क्यों कीतो वेसा। वाहिगुरु जी का खालसा वाहिगुरु जी की फतेह। गुरु प्यार वालिओ, सिख आम करके की अपणियां ਅਤੇ की परायां ਦਾ विसाख घात ਦਾ शिकार ਹੁੰਦਾ ਆਇਆ। ਆਨੰਦਗੜ੍ਹ ਦੇ ਕਿਲੇ ਦੇ ਘੇਰੇ ਵਿੱਚ ਘਿਰੇ ਸਿੱਖ ਪਹਾੜੀ ਰਾਜਿਆਂ ਦੀ ਭੇਜੀ ਆਟੇ ਦੀ ਗਊ ਦੀ ਸਗੋਂ ਤੋਂ ਵਿਸਾਹੇ ਗਏ। ਇਹ ਕੁਝ ਮਿਸਾਲਾਂ ਜੋ ਸਿੱਖਾਂ ਦੇ ਨਾਲ ਵਿਸਾਖ ਘਾਤ ਹੋਇਆ। ਦੂਜੀ ਮਿਸਾਲ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਅਤੇ ਸਾਹਿਬਜ਼ਾਦਾ ਫਤਿਹ ਸਿੰਘ ਦੀ ਸ਼ਹੀਦੀ ਗੰਗੂ ਬ੍ਰਾਹਮਣ ਦੇ ਵਿਸਾਖ ਘਾਤ ਦਾ ਹਿੱਸਾ ਸੀ। ਤੀਜੀ ਮਿਸਾਲ ਸਭਰਾਵਾਂ ਦੀ ਜੰਗ, ਜਿਹੜੀ ਸਿੱਖਾਂ ਤੇ ਅੰਗਰੇਜ਼ਾਂ ਦੀ ਅਖੀਰਲੀ ਜੰਗ ਸੀ। ਇਹ ਜੰਗ ਜਿਹੜੀ ਹੈ ਇਹ ਸਿੱਖਾਂ ਨੂੰ ਹਾਰ ਦਾ ਮੂੰਹ ਦੇਖਣਾ ਪਿਆ। ਬ੍ਰਾਹਮਣ ਜਰਨੈਲ ਤੇਜਾ ਸਿੰਘ ਤੇ ਲਾਲ ਸਿੰਘ ਦੇ ਵਿਸਾਖ ਘਾਤ ਦੇ ਕਾਰਨ। ਚੌਥੀ ਮਿਸਾਲ ਦੇਸ਼ ਦੀ ਤਕਸੀਮ ਦੇ ਵੰਡ ਦੇ ਵਕਤ ਗੁਰੂ ਦੇ ਸਿੱਖਾਂ ਨੇ ਆਪਣੇ ਇੱਕ ਸਿੱਖ ਆਗੂ ਨੂੰ ਸਿੱਖ ਸਟੇਟ ਬਣਨ ਦਾ ਮਸੂਬਾ ਦੇ ਕੇ ਭੇਜਿਆ ਕਿ ਇਹ ਮਸੂਬਾ ਜਿਹੜਾ ਹੈ ਤੁਸੀਂ ਇਹ ਜਿਹੜਾ ਸਾਡਾ ਹੈ ਇਹ ਮੁਹੰਮਦ ਅਲੀ ਜਿੰਨਾ ਨੂੰ ਦੇਣਾ ਹੈ। ਲੇਕਿਨ ਉਸ ਸਿੱਖ ਦੇ ਵਿਸਾਖ ਘਾਤ ਦੇ ਕਾਰਨ ਉਸਨੇ ਇਹ ਜੋ ਮਸੂਬਾ ਬਣਾਇਆ ਸੀ ਸਿੱਖ ਸਟੇਟ ਵੱਖਰੀ ਦਾ, ਇਹ ਜਵਾਹਰ ਲਾਲ ਨਹਿਰੂ ਨੂੰ ਦੇਤਾ। ਤੇ ਸਿੱਖਾਂ ਦੀ ਸਾਰੀ ਵਿਉਂਤ ਤੇ ਪਾਣੀ ਫਿਰ ਗਿਆ। ਉਸ ਸਿੱਖ ਦੇ ਇੱਕ ਵਿਸਾਖ ਘਾਤ ਦੇ ਕਾਰਨ ਜੋ ਹੈ ਉਹ ਪੰਡਿਤ ਨਹਿਰੂ ਜਿਹੜਾ ਉਹ ਚੁਕੰਨਾ ਹੋ ਗਿਆ ਤੇ ਸਿੱਖਾਂ ਦਾ ਸਿੱਖ ਸਟੇਟ ਬਣਾਉਣ ਦਾ ਮਸੂਬਾ ਜਿਹੜਾ ਉਹ ਖਤਮ ਹੋ ਗਿਆ। ਅਗਲੀ ਮਿਸਾਲ ਦੇਸ਼ ਦੀ ਵੰਡ ਤੋਂ ਪਹਿਲਾਂ ਜੋ ਸਿੱਖਾਂ ਨੇ ਕੁਰਬਾਨੀਆਂ ਕੀਤੀਆਂ, ਉਹਨਾਂ ਕੁਰਬਾਨੀਆਂ ਨੂੰ ਮੁੱਖ ਰੱਖ ਕੇ ਜੋ ਇੰਡੀਅਨ ਨੈਸ਼ਨਲ ਕਾਂਗਰਸ ਅਤੇ ਪੰਡਿਤ ਨਹਿਰੂ ਅਤੇ ਮਹਾਤਮਾ ਗਾਂਧੀ ਨੇ ਜੋ ਵਾਅਦੇ ਕੀਤੇ ਸਨ, ਉਹਨਾਂ ਵਾਅਦਿਆਂ ਤੋਂ ਮੁੱਕਰ ਜਾਣਾ ਇਸ ਤੋਂ ਵੱਡਾ ਵਿਸਾਖ ਘਾਤ ਕੋਈ ਨਹੀਂ ਹੋ ਸਕਦਾ। ਤੇ 2 ਜੂਨ 1984 ਨੂੰ ਇੰਦਰਾ ਗਾਂਧੀ ਦਾ ਇਹ ਕਹਿਣਾ ਕਿ ਦਰਬਾਰ ਸਾਹਿਬ ਦੇ ਉੱਪਰ ਫੌਜ ਨਹੀਂ ਆਏਗੀ, ਦਰਬਾਰ ਸਾਹਿਬ ਦੇ ਅੰਦਰ ਫੌਜ ਨਹੀਂ ਆਏਗੀ, ਲੇਕਿਨ 3 ਜੂਨ ਤੋਂ ਲੈ ਕੇ ਜਿਹੜੀ ਫੌਜ ਆਈ, ਜੋ ਜਵਾਨ ਬੱਚਿਆਂ ਬੁੱਢਿਆਂ ਦਾ ਜੋ ਕਤਲੇਆਮ ਹੋਇਆ, ਇਸ ਤੋਂ ਵੱਡਾ ਵਿਸਾਖ ਸਿੱਖਾਂ ਦੇ ਨਾਲ ਅੱਜ ਤੱਕ ਜਿਹੜਾ ਉਹ ਨਹੀਂ ਹੋਇਆ। ਹੁਣ ਦੇਸ਼ ਦੀ ਆਜ਼ਾਦੀ ਦਾ ਕੋਈ ਐਸਾ ਅੰਦੋਲਨ ਨਹੀਂ ਹੋਏਗਾ ਜਿਸ ਵਿੱਚ ਸਿੱਖਾਂ ਨੇ ਅੱਗੇ ਹੋ ਕੇ ਕੁਰਬਾਨੀਆਂ ਦੇ ਕੇ ਚਮਤਕਾਰ ਨਾ ਦਿਖਾਏ ਹੋਣ। 1824 ਦੇ ਵਿੱਚ ਬਰਮਾ ਦੀ ਵਾਰ ਹੁੰਦੀ ਹੈ ਤੇ ਸਿੱਖਾਂ ਦੀ ਸਿੱਖ ਰੈਜੀਮੈਂਟ 47 ਨੇਟਿਵ ਇਨਫੈਂਟਰੀ ਨੇ ਬਰਮਾ ਦੇ ਖਿਲਾਫ ਲੜਨ ਤੋਂ ਇਨਕਾਰ ਕਰ ਦਿੱਤਾ। ਬਰਮਾ ਜਿਹੜਾ ਉਸ ਵਕਤ ਇੰਡੀਆ ਦਾ ਪਾਰਟ ਸੀ, ਉਹਨਾਂ ਨੇ ਇਨਕਾਰ ਕਰ ਦਿੱਤਾ। ਲੇਕਿਨ ਸਰ ਐਡਵਰਡ ਨੇ ਗੋਰੇ ਫੌਜਾਂ ਦੇ ਨਾਲ 11 ਨਵੰਬਰ 1824 ਦੇ ਵਿੱਚ ਸਾਰੀ ਰੈਜੀਮੈਂਟ ਨੂੰ ਘੇਰ ਲਿਆ, ਸਾਰੀ 47 ਨੇਟਿਵ ਇਨਫੈਂਟਰੀ ਨੂੰ ਘੇਰ ਲਿਆ ਤੇ 850 ਫੌਜੀਆਂ ਨੂੰ ਉਸ ਇਨਫੈਂਟਰੀ ਨੂੰ ਤੋਪਾਂ ਦੇ ਮੂਹਰੇ ਖੜਾ ਰੱਖ ਕੇ ਉਡਾ ਦਿੱਤਾ, ਜਿਹਦੇ ਵਿੱਚੋਂ 550 ਸਿੱਖ ਸਨ। 1825 ਦੇ ਵਿੱਚ ਗ੍ਰੇਨੇਡੀਅਰ ਕੰਪਨੀ ਨੇ ਅਸਾਮ ਜਾ ਕੇ ਆਪਣੇ ਭਰਾਵਾਂ ਦੀ ਆਜ਼ਾਦੀ ਖੋਹਣ ਤੋਂ ਇਨਕਾਰ ਕੀਤਾ ਤੇ 400 ਸਿੱਖਾਂ ਨੂੰ ਜਿਹੜਾ ਤੋਪਾਂ ਮੂਹਰੇ ਖੜਾ ਕਰਕੇ ਉਡਾ ਦਿੱਤਾ। ਉਸਦੇ ਬਾਅਦ 1847 ਦੇ ਵਿੱਚ ਅੰਗਰੇਜ਼ ਆਪਣੇ ਪੈਰ ਜਮਾ ਰਹੇ ਸਨ। ਇੱਕ ਸਿੱਖ ਮਹਾਰਾਜ ਸਿੰਘ ਨੇ ਜਿਹੜਾ ਉਹ ਝੰਡਾ ਬੁਲੰਦ ਕੀਤਾ ਪ੍ਰੋਟੈਸਟ ਦਾ, ਅੰਦੋਲਨ ਦਾ, ਅਤੇ ਉਸ ਸਿੱਖ ਨੂੰ ਇੱਕ ਹਿੰਦੂ ਦੇ ਵਿਸਾਖ ਘਾਤ ਦੇ ਕਾਰਨ ਉਸ ਨੂੰ ਪਕੜਵਾ ਕੇ ਮੁਖਬਰੀ ਕਰਕੇ ਉਸ ਨੂੰ ਪਕੜਵਾ ਦਿੱਤਾ। ਉਸ ਦੇ ਬਾਅਦ 1849 ਵਿੱਚ
ਅੰਗਰੇਜ਼ਾਂ ਦੇ ਨਾਲ ਸਿੱਖਾਂ ਦੀ ਆਖਰੀ ਲੜਾਈ ਹੁੰਦੀ ਹੈ, ਦੇਸ਼ ਦੀ ਆਜ਼ਾਦੀ ਦੀ ਆਖਰੀ ਲੜਾਈ, ਜਿਸ ਵਿੱਚ ਇੱਕ ਪਾਸੇ ਸਾਰੀਆਂ ਫੌਜਾਂ ਭਾਰਤ ਦੀਆਂ, ਅੰਗਰੇਜ਼ ਕਿਆ ਗੋਰੇ ਕਿਆ ਗੜਵਾਲੀਏ, ਇੱਕ ਪਾਸੇ ਕੇਵਲ ਤੇ ਕੇਵਲ ਸਿੱਖ। 1849 ਦੀ ਆਖਰੀ ਲੜਾਈ, ਇਹ ਵੀ ਸਿੱਖਾਂ ਨੂੰ ਹਾਰ ਦਾ ਮੂੰਹ ਦੇਖਣਾ ਪਿਆ ਡੋਗਰਿਆਂ ਦੀ ਗਰਦਾਰੀ ਦੇ ਕਾਰਨ। ਉਸ ਦੇ ਬਾਅਦ 1869 ਦੇ ਵਿੱਚ, ਇਹ ਮੈਂ ਗੱਲ ਕਰ ਰਿਹਾ ਸਿੱਖਾਂ ਨੇ ਜੋ ਕੁਰਬਾਨੀਆਂ ਦਿੱਤੀਆਂ ਅੱਗੇ ਵੱਧ ਕੇ, 1869 ਦੇ ਵਿੱਚ ਬਾਬਾ ਰਾਮ ਸਿੰਘ ਨੇ ਜਿਹੜਾ ਨਾ ਮਿਲਵਰਤਨ ਦਾ ਜਿਹੜਾ ਉਹ ਸੱਦਾ, ਇੱਕ ਪਲਾਨ ਜਿਹੜਾ ਹਿੰਦੁਸਤਾਨ ਨੂੰ ਦਿੱਤਾ। ਧਿਆਨ ਰੱਖੋ 1869 ਦੇ ਵਿੱਚ ਅਜੇ ਤੱਕ ਕਾਂਗਰਸ ਦਾ ਜਨਮ ਨਹੀਂ ਹੋਇਆ। 1885 ਵਿੱਚ ਇੰਡੀਅਨ ਨੈਸ਼ਨਲ ਕਾਂਗਰਸ ਦਾ ਜਨਮ ਹੁੰਦਾ ਹੈ, ਲੇਕਿਨ 1869 ਦੇ ਵਿੱਚ ਬਾਬਾ ਰਾਮ ਸਿੰਘ ਨਾਮਧਾਰੀ ਨੇ ਇਹ ਮਨਸੂਬਾ, ਇਹ ਪਲਾਨ ਹਿੰਦੁਸਤਾਨ ਨੂੰ ਦੇਤਾ। ਅੰਗਰੇਜ਼ੀ ਜ਼ੁਬਾਨ, ਅੰਗਰੇਜ਼ੀ ਲਿਬਾਸ, ਅੰਗਰੇਜ਼ੀ ਨੌਕਰੀਆਂ, ਸਰਕਾਰੀ ਅਦਾਲਤਾਂ, ਰੇਲ ਗੱਡੀਆਂ, ਇਹਨਾਂ ਸਾਰਿਆਂ ਦਾ ਬਾਈਕਾਟ, ਔਰ ਪੰਜਾਬ ਦੇ ਵਿੱਚ ਸੂਬੇ ਸਥਾਪਿਤ ਕਰ ਲਏ। ਨੇਪਾਲ ਤੇ ਰਸ਼ੀਆ ਦਾ ਇਹਨਾਂ ਨੂੰ ਸਪੋਰਟ ਦੀ ਜੇ ਮਿਲ ਗਈ, ਲੇਕਿਨ ਇਸ ਭਾਰਤ ਦੇ ਵਿੱਚ ਜਾਤੀਵਾਦ ਅਤੇ ਜ਼ਹਿਚੰਦੀ ਜ਼ਹਿਨੀਅਤ ਨੇ ਪੰਜਾਬ ਤੋਂ ਬਾਅਦ ਕਿਸੇ ਵੀ ਸੂਬੇ ਦਾ ਬਾਬਾ ਰਾਮ ਸਿੰਘ ਨੂੰ ਸਪੋਰਟ ਨਹੀਂ ਮਿਲੀ। ਤੇ 1872 ਦੇ ਵਿੱਚ 64 ਨਾਮਧਾਰੇ ਨੂੰ ਤੋਪਾ ਮੁੜੇ ਖੜਾ ਕਰਕੇ ਜਿਹੜਾ ਉਡਾ ਦਿੱਤਾ ਗਿਆ। ਉਸ ਦੇ ਬਾਅਦ ਜਿਹੜਾ ਇਹ ਸਿਲਸਿਲਾ ਚੱਲਦਾ ਰਿਹਾ। ਲੇਕਿਨ ਗੱਲ ਜਿਹੜੀ ਧਿਆਨ ਦੇਣ ਵਾਲੀ ਇਹ ਹੈ ਕਿ ਜੇਕਰ 1849 ਦੇ ਵਿੱਚ ਇੱਕ ਪਾਸੇ ਸਿੱਖ ਫੌਜਾਂ ਅਤੇ ਇੱਕ ਪਾਸੇ ਸਾਰੇ ਭਾਰਤ ਦੀਆਂ ਫੌਜਾਂ ਨਾ ਲੜਦੀਆਂ, ਤੇ ਜੇਕਰ ਬਾਬਾ ਰਾਮ ਸਿੰਘ ਨੂੰ ਉਸ ਵਕਤ ਸਾਰੇ ਹਿੰਦੁਸਤਾਨ ਦੀ ਸਪੋਰਟ ਮਿਲ ਜਾਂਦੀ, ਤੇ ਹਿੰਦੁਸਤਾਨ ਜਿਹੜਾ 80-90 ਸਾਲ ਪਹਿਲਾਂ ਆਜ਼ਾਦ ਹੋ ਜਾਣਾ ਚਾਹੀਦਾ ਸੀ। ਇੱਕ ਹੋਰ ਗੱਲ ਧਿਆਨ ਮੰਗਦੀ ਹੈ, ਜੇਕਰ ਬਾਬਾ ਰਾਮ ਸਿੰਘ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਦੂਲੇ ਨਾ ਹੁੰਦੇ, ਜੇ ਕਲਗੀਆਂ ਵਾਲੇ ਦੇ ਪੁੱਤਰ ਨਾ ਹੁੰਦੇ, ਤੇ ਹਿੰਦੁਸਤਾਨ ਦੇ ਵਿੱਚ ਹਿੰਦੂ ਫਿਰਕਾ ਪ੍ਰਸਤੀ ਅਤੇ ਸਿੱਖ ਵਿਰੋਧੀ ਭਾਵਨਾ ਨਾ ਹੁੰਦੀ, ਤੇ ਅੱਜ ਬਾਬਾ ਰਾਮ ਸਿੰਘ ਰਾਸ਼ਟਰਪਿਤਾ ਦੇ ਨਾਮ ਨਾਲ ਨਵਾਜੇ ਜਾਣੇ ਸਨ, ਜੇਕਰ ਉਹ ਸਿੱਖ ਨਾ ਹੁੰਦੇ ਕਲਗੀਆਂ ਵਾਲੇ ਦੇ। ਉਸ ਤੋਂ ਬਾਅਦ ਸਿਲਸਿਲਾ ਚੱਲਦਾ ਰਿਹਾ। 1907 ਦੇ ਵਿੱਚ ਜਿਹੜਾ ਬਾਬਾ ਅਜੀਤ ਸਿੰਘ ਨੇ ਪਗਲੀ ਸੰਭਾਲ ਜੱਟਾ ਦਾ ਨਾਰਾ ਦੇ ਕੇ ਜਿਹੜਾ ਹਿੰਦੁਸਤਾਨ ਦੀਆਂ ਜੜ੍ਹਾਂ ਨੂੰ, ਜਿਹੜੀਆਂ ਅੰਗਰੇਜ਼ਾਂ ਦੀਆਂ ਜੜ੍ਹਾਂ ਨੂੰ, ਇਹਨਾਂ ਨੂੰ ਹਿਲਾ ਕੇ ਰੱਖ ਦਿੱਤਾ। ਉਸ ਤੋਂ ਬਾਅਦ 1914 ਦੇ ਵਿੱਚ ਕਾਮਾਗਾਟਾ ਮਾਰੂ ਦਾ ਇੰਸੀਡੈਂਟ ਹੁੰਦਾ ਹੈ। 113 ਦੇ ਵਿੱਚੋਂ 67 ਸਿੱਖ ਜਿਹੜੇ ਨੇ ਉਹ ਸ਼ਹੀਦ ਹੋ ਜਾਂਦੇ ਨੇ। ਉਸ ਦੇ ਬਾਅਦ ਕਰਤਾਰ ਸਿੰਘ ਸਰਾਭਾ 12 ਸਾਥੀਆਂ ਸਮੇਤ ਫਾਂਸੀ ਦੇ ਤਖਤੇ ਤੇ ਚੜ ਜਾਂਦੇ ਨੇ। ਉਸ ਦੇ ਬਾਅਦ ਜਲਿਆਂਵਾਲਾ ਬਾਗ 1300 ਦੇ ਵਿੱਚੋਂ 799 ਸਿੱਖ ਸ਼ਹੀਦ ਹੁੰਦੇ ਨੇ। ਉਸ ਦੇ ਬਾਅਦ 1918 ਵਿੱਚ ਜਾ ਕੇ ਮਹਾਤਮਾ ਗਾਂਧੀ ਨੇ ਨਾਨ ਕੋਆਪਰੇਸ਼ਨ ਦਾ ਨਾਰਾ ਦਿੱਤਾ ਹੈ। 1869 49 ਸਾਲ ਪਹਿਲੇ 49 ਸਾਲ ਪਹਿਲੇ 49 ਇਅਰਸ ਪਹਿਲੇ ਬਾਬਾ ਰਾਮ ਸਿੰਘ ਨੇ ਸੇਮ ਨਾਰਾ ਦਿੱਤਾ ਸੀ, ਲੇਕਿਨ ਸਿੱਖ ਹੋਣ ਕਰਕੇ ਉਸਨੂੰ ਕਿਸੇ ਵੀ ਹਿੰਦੁਸਤਾਨ ਦੀ ਸਪੋਰਟ ਨਹੀਂ ਮਿਲੀ। ਮਹਾਤਮਾ ਗਾਂਧੀ ਨੇ 1918 ਵਿੱਚ ਨਾਰਾ ਦਿੱਤਾ ਨਾਨ ਕੋਆਪਰੇਸ਼ਨ ਦਾ, ਸ਼ਾਂਤਮਈ ਅੰਦੋਲਨ ਦਾ, ਲੇਕਿਨ 1918 ਤੋਂ ਲੈ ਕੇ 1922 ਤੱਕ ਹਿੰਦੁਸਤਾਨ ਦੇ ਵਿੱਚ ਨਾ ਹਿੰਦੂਆਂ ਦੀ ਨਾ ਮੁਸਲਮਾਨਾਂ ਦੀ ਜ਼ਰੂਰਤ ਪਈ ਕਿ ਇਸ ਮਹਾਤਮਾ ਗਾਂਧੀ ਦੇ ਦਿੱਤੇ ਹੋਏ ਪ੍ਰੋਗਰਾਮ ਨੂੰ ਜਿਹੜਾ ਉਹਦਾ ਆਗਾਜ਼ ਕਰ ਸਕੀਏ। ਇਹਦਾ ਆਗਾਜ਼ ਵੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਦੂਲਿਆਂ ਨੇ ਕੀਤਾ। ਜਿਸ ਵਕਤ 8 ਅਗਸਤ 1922 ਨੂੰ ਮੋਰਚਾ ਗੁਰੂ ਕੇ ਬਾਗ ਦੀ ਆਰੰਭਤਾ ਕੀਤੀ। ਮੋਰਚਾ ਗੁਰੂ ਕਾ ਬਾਗ 8 ਅਗਸਤ 1922, ਇਹ 2022 ਦੇ ਇਹਦੀ ਸ਼ਤਾਬਦੀ ਬਣਦੀ ਸੀ। ਇਸ ਮੋਰਚੇ ਦੇ ਆਗਾਜ਼ ਦੇ 100 ਸਾਲ ਬੰਦੇ ਸਨ। ਬੜਾ ਇੱਕ ਕੋਇਨਸੀਡੈਂਸ ਸੀ ਇਹ ਕਿ ਇੱਕ ਪਾਸੇ ਦੇਸ਼ ਦੀ ਸਰਕਾਰ ਹਰ ਘਰ ਤਿਰੰਗਾ ਦਾ ਨਾਰਾ ਦਿੰਦੀ ਹੈ 2022 ਦੇ ਵਿੱਚ, ਔਰ ਇੱਕ ਪਾਸੇ ਐਸਾ ਕੋਇਨਸੀਡੈਂਸ ਹੋਇਆ ਕਿ ਗੁਰੂ ਕੇ ਬਾਗ ਦੇ ਮੋਰਚੇ ਦਾ 100 ਸਾਲ ਆ ਗਿਆ। ਹੁਣ ਸਾਡੀ ਬਦਕਿਸਮਤੀ ਹੈ ਕਿ ਉਹਨਾਂ ਨੇ ਤੇ ਘਰ ਘਰ ਦੇ ਵੀ ਤਿਰੰਗਾ ਲਹਿਰਾ ਦਿੱਤਾ, ਲੇਕਿਨ ਅਸੀਂ ਆਪਣੇ ਸਿੱਖਾਂ ਨੂੰ ਆਪਣੇ ਗੁਰੂ ਘਰਾਂ ਦੇ ਵਿੱਚ ਮੋਰਚਾ ਗੁਰੂ ਕਾ ਬਾਗ ਨਹੀਂ ਮਨਵਾਇਆ, ਇਹ ਦਿਹਾੜਾ ਨਹੀਂ ਮਨਾਇਆ, 100 ਸ਼ਤਾਬਦੀ ਨਹੀਂ ਮਨਾਈ, ਤੇ ਸਾਡੇ ਬੱਚਿਆਂ ਨੂੰ ਇਤਿਹਾਸ ਨਹੀਂ ਪਤਾ ਚੱਲਿਆ ਕਿ ਇਸ ਮੋਰਚਾ ਗੁਰੂ ਕੇ ਬਾਗ ਨੇ ਦੇਸ਼ ਦੀ ਆਜ਼ਾਦੀ ਦੀ ਲਹਿਰ ਚੇਂਜ ਕੀਤੀ ਸੀ। ਇਸ ਮੋਰਚਾ ਗੁਰੂ ਕੇ ਬਾਗ ਨੇ ਦੇਸ਼ ਦੀ ਆਜ਼ਾਦੀ ਦੀ ਲਹਿਰ ਨੂੰ ਇੱਕ ਨਵਾਂ ਮੋੜ ਦਿੱਤਾ ਸੀ। ਇਸ ਮੋਰਚਾ ਗੁਰੂ ਕੇ ਬਾਗ ਦੇ ਵਿੱਚ 1700 ਸਿੰਘ ਜਿਹੜੇ ਸਨ ਸਮਾਂ ਵਾਲੀਆਂ ਡਾਂਗਾ ਖਾ ਕੇ ਬੇਤਹਾਸ਼ਾ ਕੁੱਟੇ ਗਏ, ਉਮਰ ਭਰ ਲਈ ਅੰਗਹੀਨ ਹੋ ਗਏ, ਨਕਾਰਾ ਹੋ ਗਏ। 5605 ਸਿੰਘ ਇਸ ਮੋਰਚਾ ਗੁਰੂ ਕੇ ਬਾਗ ਦੇ ਵਿੱਚ ਜੇਲਾਂ ਵਿੱਚ ਸੁੱਟੇ ਗਏ, ਹੱਡ ਭੰਨਵੀਂ ਮਿਹਨਤ ਕਰਨੀ ਪਈ, ਤੇ ਉਮਰ ਭਰ ਲਈ ਜਿਹੜਾ ਇਹ ਰੋਗੀ ਤੇ ਨਕਾਰਾ ਹੋ ਗਏ। ਇਸ ਮੋਰਚਾ ਗੁਰੂ ਕੇ ਬਾਗ ਦੇ ਵਿੱਚ ਜਿਤਨੇ ਵੀ ਹਿੰਦੁਸਤਾਨ ਦੇ ਲੀਡਰ ਸਨ, ਨੇਤਾ ਸਨ, ਇਹ ਸਾਰੇ ਆ ਕੇ ਦੇਖਦੇ ਸਨ, ਹੈਰਾਨ ਰਹਿੰਦੇ ਸਨ। ਔਰ ਕੀ ਪੇਪਰਾਂ ਵਿੱਚ ਅਖਬਾਰਾਂ ਵਿੱਚ ਕੀ ਆਇਆ ਸਾਡੀ इस कुर्बानी ਨੂੰ देख के कि स्वराज का जो राज हो अपने देश में होगा तुम्हारे हाथ में झंडा कालियो, स्वराज का जो राज हो अपने देश में होगा तुम्हारे हाथ में झंडा कालियो, भारत के हम कपूत हैं और आप हैं सपूत, घर घर में हो रहा ये चर्चा कालियो।
ਤੁਮ ਦਰਦੇ ਹਿੰਦ ਕੇ ਮਸੀਹਾ ਹੋ ਕਾਲੀਓ। ਇਹ ਹਿੰਦੁਸਤਾਨ ਦੇ ਨੇਤਾ ਨੇ ਉਸ ਵਕਤ ਸਿੱਖਾਂ ਨੂੰ ਕਿਤਾਬ ਦਿੱਤਾ ਸੀ ਕਿ ਜਿਸ ਵਕਤ ਆਜ਼ਾਦੀ ਆਏਗੀ ਤੁਹਾਡੇ ਹੱਥ ਵਿੱਚ ਝੰਡਾ ਹੋਏਗਾ। ਅਕਾਲੀਓ ਮੋਤੀ ਲਾਲ ਨਹਿਰੂ ਕੀ ਕਹਿੰਦਾ? ਮੋਤੀ ਲਾਲ ਨਹਿਰੂ ਕਹਿੰਦਾ ਮੋਰਚਾ ਗੁਰੂ ਕੇ ਬਾਗ ਤੋਂ ਬਾਅਦ, ਕਹਿੰਦਾ ਆਜ਼ਾਦੀ ਦੀ ਆਗਾਜ਼ ਸ਼ੁਰੂ ਕੀਤਾ ਤੁਸੀਂ, ਆਜ਼ਾਦੀ ਦੀ ਲੜਾਈ ਆਰੰਭ ਹੋਈ ਹੈ ਇਸ ਮੋਰਚਾ ਗੁਰੂ ਕੇ ਬਾਗ ਦੇ ਵਿੱਚੋਂ, ਤੁਹਾਨੂੰ ਮੁਬਾਰਕ ਹੋਵੇ। ਇਹ ਮੋਤੀ ਲਾਲ ਨਹਿਰੂ ਇਹ ਗੱਲ ਕਹਿੰਦਾ। उसके बाद पंडित मदन मोहन मालवीय वो की कहता है, कहता गुरु के बाग दे मोर्चे तू आजादी की लड़ाई शुरू हुई है। कितना 2022 दे विच हर घर तिरंगा दे कितनी पब्लिसिटी हुई है, कितनी। क्या किसी ने अपने कान दे विच ये आवाज आई है कि गुरु के बाग दे आगाज इतों होया सी, आजादी की लड़ाई आरंभता इतों हुई सी? तुहाडे अगर किसी के कान विच मीडिया ने किसी आवाज आई हुई मैनूं जरूर दस दिया कि गुरु के बाग दे विचों ये सारा आरंभ होया सी। इसी करके ਇਹਦੇ ਬਾਅਦ ਪੱਟਾ ਭਾਈ ਸੀਤਾ ਰਮਈਆ ਕੀ ਕਹਿੰਦਾ ਹੈ? ਕਹਿੰਦਾ ਹੈ ਕਿ ਜਿਸ ਦੇਸ਼ ਦੇ ਕੋਲ ਸਿੱਖਾਂ ਵਰਗੀ ਸ਼ਹੀਦਾਂ ਦੀ ਕੌਮ ਹੋਏ ਉਹ ਦੇਸ਼ ਜ਼ਿਆਦਾ ਦੇਰ ਤੱਕ ਗੁਲਾਮ ਨਹੀਂ ਰਹਿ ਸਕਦਾ। ਇਹ ਪੱਟਾ ਭਾਈ ਸੀਤਾ ਰਮਈਆ ਕਹਿੰਦਾ। ਇਸ ਤਰ੍ਹਾਂ ਗੁਰਦੁਆਰਾ ਸੁਧਾਰ ਲਹਿਰ ਦੇ ਵਿੱਚ ਜਿਸ ਵਕਤ ਹਜ਼ਾਰਾ ਸਿੰਘ ਸ਼ਹੀਦ ਹੁੰਦਾ ਹੈ ਗੁਰਦੁਆਰਾ ਤਰਨਤਾਰਨ ਦੀ ਲੜਾਈ ਦੇ ਵਿੱਚ, ਉਸ ਵਕਤ ਮਹਾਤਮਾ ਗਾਂਧੀ ਨੇ ਤਾਰ ਪਾਈ, ਤਾਰ ਪਾ ਕੇ ਕਿਹਾ ਸਿੱਖੋ ਤੁਹਾਨੂੰ ਮੁਬਾਰਕ ਹੋਵੇ, ਤੁਸੀਂ ਗੁਰਦੁਆਰਾ ਆਜ਼ਾਦ ਕਰਵਾ ਲਿਆ, ਹੁਣ ਦੇਸ਼ ਵੀ ਤੁਸੀਂ ਆਜ਼ਾਦ ਕਰਾਉਣਾ। ਇਹ ਮੋਤੀ ਲਾਲ महात्मा गांधी ने गल कही सी जिस वक्त गुरुद्वारा मूवमेंट चल रही सी, उस वक्त ये गल कही सी। हुण साडे सारियां बच्चों को पता होएगा कि लाला लाजपत राय शेरे पंजाब जिसनूं कहा जाता है, ये साइमन कमीशन जिस वक्त आया सी उस वक्त इसनूं डांग वजी सी ते शहीद हो गया सी, सारियां नूं पता। लेकिन सानूं ये नहीं पता होना कि गुरु के बाग दे मोर्चे का पहला शहीद, गुरु के बाग दे मोर्चे का पहला शहीद अगर लाला लाजपत राय नूं एक डांग वजदी है तो शेरे पंजाब बन जाता तो शहीद हो जाता है। बल्कि हुण नवीं स्टडी कहती है लाला लाजपत राय नूं अटैक होया सी, वो डांग नाल नहीं सी मरिया। इस तरह गोबिंद वल्लभ भाई पंत, उसनूं एक डांग वजी है अंग्रेज सरकार दी, पूरी जिंदगी उसका शरीर कंबदा रहा है। लेकिन गुरु के प्यार वालिओ, गुरु के बाग दे मोर्चे का पहला शहीद, उसनूं बेटी दी एक डांग नहीं, दो डांग नहीं, तीन डांग नहीं, 10 नहीं, 15 नहीं, 20 नहीं, 25 नहीं, 40 नहीं, 50 नहीं, 97 डांगा। यह इतिहास है साडा गौरवमई विरसा। 97 डांगा वजियां शाम सिंह नूं गुरु के बाग दे मोर्चे दे पहले शहीद नूं 97 डांगा सिर पर खा के 98वीं डांग ते और गुरु गोबिंद सिंह कलगियां वाला दूला जिहड़ा वो शहीद हुंदा है। साडी बदकिस्मती है असीं अपने बच्चियां तक जिहड़ा इतिहास नहीं पहुंचा पाए। यही कारण सी गुरु के बाग दे मोर्चे के बाद 1942 जिस वक्त सैकेंड वर्ल्ड वार लगती है, इंडियन नेशनल आर्मी बनती है, सुभाष चंद्र बोस से मोहन सिंह जरनैल 42,000 के 28,000 सिख सन। इतनियां कुर्बानियां दित्तियां, इतनियां कुर्बानियां जिस वक्त देखियां उन्होंने, इन्हां लीडरां ने, हिंदुस्तान के लीडरां ने, फिर उन्होंने वादे करने शुरू किए। जिहड़ा मेरा विषय क्यों कीतो विसा, सिखां ने क्यों धोखा खादा, क्यों विसा किया, इन्हां दे पर किहड़ियां शर्तां दे पर विसा किया, इन्हां नूं नहीं पता। जे मास्टर तारा सिंह गुरु गोबिंद सिंह पातशाह दा पुत्र जे लाहौर असैंबली दे विच मुस्लिम लीग दा झंडा नहीं फाड़दा ते अज पंजाब दी हद जिहड़ी है जमुना तक होनी सी। अद्धा पंजाब बचा के दिता मास्टर तारा सिंह ने, जिस वक्त लाहौर असैंबली में मुस्लिम लीग का झंडा फाड़िया थी उसने। ये सारियां कुछ देख के फिर इन्होंने वादे करने शुरू किए। फिर समय के लीडरां ने वादे करने शुरू किए। सब तो पहला वादा की किया 1929 की लाहौर सैशन दे विच इंडियन नेशनल कांग्रेस पहला सैशन होंदा है ते मता पास किया गया। मता की पास किया गया, द कांग्रेस assures the thick that no solution in any future constitution will be acceptable to the Congress that does not give them full satisfaction। भाव कि भविष्य दे विच प्रवान होने वाला कोई भी ऐसा संविधान कांग्रेस जिहड़ा प्रवान नहीं करेगी जिहड़ा सिखां नूं मुकम्मल तौर ते तसल्ली बख्श नहीं होएगा। ये पहला मता 1929 दे विच लाहौर कांग्रेस सैशन दे विच पास किया। ये ऑन रिकॉर्डेड गल्लां। उसके बाद 1931 दे विच महात्मा गांधी सीसगंज गुरुद्वारा साहब जाके की कहंदा है, कहंदा ओ सिखो मैं तुहानूं यकीन दिलाना कि तुसीं मेरे बोलां पर ते कांग्रेस वालों किते मते पास पर तुसीं यकीन लियाओ। कांग्रेस एक मनुख दा की, एक जात दा की, किसी एक मनुख नाल भी जिहड़ा विसाघात नहीं करेगी, तुसीं उन्हां पर यकीन लियाओ। उसके बाद जुलाई 1946 के प्रेस कॉन्फ्रेंस कलकत्ते विखे होंदी है। जवाहर लाल नेहरू पता की कहंदा, कहंदा द ब्रेव सिक्स ऑफ पंजाब आर एंटाइटल्ड टू स्पेशल कंसीडरेशन। I see
nothing wrong in an area and set up in the north wherein the Sikh can also experience the glow of freedom। ਇਹ ਜਵਾਹਰ ਲਾਲ ਨਹਿਰੂ ਕਹਿੰਦਾ ਪੰਜਾਬ ਦੇ ਬਹਾਦਰ ਸਿੱਖ ਇੱਕ ਵਿਸ਼ੇਸ਼ ਹੱਕ ਦੇ ਸਨਮਾਨ ਵਿਸ਼ੇਸ਼ ਹੱਕ ਮਿਲਣਾ ਚਾਹੀਦਾ। ਕਹਿੰਦਾ ਮੈਨੂੰ ਕੋਈ ਗਲਤ ਨਹੀਂ ਜਾਪਦਾ। 1946 ਦੀ ਪ੍ਰੈਸ ਕਾਨਫਰੰਸ ਵਿੱਚ ਕਲਕੱਤੇ ਵਿਖੇ ਜਵਾਹਰ ਲਾਲ ਨਹਿਰੂ ਕਹਿੰਦਾ ਮੈਨੂੰ ਇਹਦੇ ਵਿੱਚ ਕੋਈ ਗਲਤ ਨਹੀਂ ਜਾਪਦਾ ਕਿ ਹਿੰਦੁਸਤਾਨ ਦੇ ਨਾਰਥ ਵਿੱਚ ਇੱਕ ਐਸਾ ਖਿੱਤਾ ਹੋਵੇਗਾ ਜਿਸ ਦੇ ਵਿੱਚ ਸਿੱਖ ਵੀ ਆਜ਼ਾਦੀ ਦਾ ਨਿੱਘ ਮਾਣ ਸਕਣਗੇ। ਇਹੀ ਤੇ ਮੰਗਿਆ ਸੀ, ਹੋਰ ਕੀ ਮੰਗਿਆ ਸੀ? ਜੋ ਉਹਨਾਂ ਨੇ ਵਾਅਦੇ ਕੀਤੇ ਉਹੀ ਮੰਗਿਆ ਸੀ ਕਿ I see nothing wrong in an area and set up in the north wherein the Sikh can also experience the glow of freedom। ਉਹਦੇ ਬਾਅਦ ਦਸੰਬਰ 1946 ਵਿੱਚ ਜਦੋਂ ਅਸੈਂਬਲੀ ਦਾ ਇਜਲਾਸ ਹੁੰਦਾ ਫਿਰ ਮਤਾ ਪਾਸ ਕੀਤਾ ਗਿਆ adequate safeguards would be provided for minorities in India। It was a declaration, a pledge, an undertaking before the world, a contract with millions of Indians and which we must feed। ਇਹ ਮਤਾ ਪਾਸ ਕੀਤਾ ਗਿਆ ਕਿ ਸਾਡਾ ਸਮੂਹ ਘੱਟ ਗਿਣਤੀਆਂ ਦੇ ਅੱਗੇ ਪੂਰੇ ਭਾਰਤ ਦੇ ਸਾਹਮਣੇ ਸਾਡੇ ਲੱਖਾਂ ਹਿੰਦੂਆਂ ਦਾ ਇਹ ਪ੍ਰਣ ਹੈ, ਇਹ ਵਚਨ ਹੈ, ਇਹ ਨੇਮ ਹੈ, ਇਹ ਸੰਧੀ ਹੈ ਕਿ ਤੁਹਾਡੇ ਹੱਕ ਸੁਰੱਖਿਅਤ ਕੀਤੇ ਜਾਣਗੇ। ਉਹਦੇ ਬਾਅਦ ਜਨਵਰੀ 1947 ਵਿੱਚ ਫਿਰ ਮਤਾ ਪਾਸ ਕੀਤਾ ਗਿਆ ਕਿ ਪੰਜਾਬ ਦੇ ਬਹਾਦਰ ਸਿੱਖ ਜਿਹੜੇ ਨੇ ਇਹਨਾਂ ਦੇ ਹੱਕਾਂ ਦੀ ਰਾਖੀ ਕੀਤੀ ਜਾਏਗੀ। ਜੁਲਾਈ 1947 ਵਿੱਚ ਫਿਰ ਮਤਾ ਪਾਸ ਕੀਤਾ ਗਿਆ ਤੁਹਾਡੇ ਹੱਕਾਂ ਦੀ ਰਾਖੀ ਕੀਤੀ ਜਾਏਗੀ। ਇਹ ਸਿੱਖ ਵਿਸ਼ਵਾਸ ਕਰਦਾ ਗਿਆ। ਮਿਲਿਆ ਕਿ 1947 ਦੀ ਆਜ਼ਾਦੀ ਤੋਂ ਦੇਸ਼ ਵੰਡ ਤੋਂ ਬਾਅਦ ਪਾਕਿਸਤਾਨ ਮੁਸਲਿਮ ਲੈ ਗਏ। ਇਸ ਤੋਂ ਪਹਿਲਾਂ ਸਿੱਖਾਂ ਨੂੰ ਆਫਰ ਮਿਲੀ ਸੀ। ਸਿੱਖਾਂ ਨੂੰ ਬਲਦੇਵ ਸਿੰਘ ਦੇ ਰਾਹੀਂ ਆਫਰ ਮਿਲੀ। ਸੈਕਟਰੀ ਆਫ ਸਟੇਟ ਸਿੱਖਾਂ ਦੇ ਕੋਲ ਆ ਕੇ ਕਹਿੰਦਾ ਜਿਸ ਵੇਲੇ ਲੰਡਨ ਗਏ ਸਨ ਮੁਹੰਮਦ ਅਲੀ ਜਿੰਨਾ, ਪੰਡਿਤ ਨਹਿਰੂ ਤੇ ਬਲਦੇਵ ਸਿੰਘ ਸਿੱਖਾਂ ਦਾ ਨੁਮਾਇੰਦਾ ਗਿਆ ਸੀ ਕਿ ਰੁਕ ਜਾ। ਬਲਦੇਵ ਸਿੰਘ ਨੂੰ ਸੈਕਟਰੀ ਆਫ ਸਟੇਟ ਕਹਿੰਦਾ ਰੁਕ ਜਾ, ਜੇ ਤੂੰ ਰੁਕ ਜਾਵੇਂਗਾ ਐਸੇ ਯੋਗ ਪ੍ਰਬੰਧ ਕੀਤੇ ਜਾਣਗੇ ਜਿਹਦੇ ਵਿੱਚ ਸਿੱਖ ਵੀ ਆਜ਼ਾਦੀ ਦਾ ਨਿੱਘ ਮਾਣ ਸਕਣਗੇ, ਸਿੱਖ ਵੀ ਦੁਨੀਆ ਦੇ ਇਤਿਹਾਸ ਵਿੱਚ ਆਜ਼ਾਦਾਨਾ ਵਿਚਰ ਸਕਣਗੇ। ਲੇਕਿਨ ਬਲਦੇਵ ਸਿੰਘ ਨੇ ਜਾ ਕੇ ਨਹਿਰੂ ਨੂੰ ਗੱਲ ਸੁਣਾਤੀ। ਨਹਿਰੂ ਕਹਿੰਦਾ ਬਹਿ ਜਾ ਜਹਾਜ਼ ਦੇ ਵੀ ਅਸੀਂ ਆਪਣਾ ਨਿਪਟਾਰਾ ਤੁਹਾਡੇ ਨਾਲ ਆਪੇ ਕਰ ਲਾਂਗੇ। ਇਹ ਗੱਲ ਸੁਣ ਕੇ ਲੋਨਡ ਮੋਸਲੇ ਨੇ ਗੱਲ ਕਹੀ ਸੀ ਇਜ਼ देयर ਐਨੀ ਸੱਚ ਥਿੰਗ ਐਜ਼ ਏ ਫਾਰ ਸਿੱਖ? ਕਿਆ ਕੋਈ ਦੂਰ ਅੰਦੇਸ਼ੀ ਸਿੱਖ ਵੀ ਹੋਏਗਾ? ਇਤਨਾ ਵੱਡਾ ਥੰਬ ਹੈ ਇਹ ਬੋਲ ਅੱਜ ਵੀ ਸਾਡੇ ਜ਼ਹਿਨ ਦੇ ਉੱਪਰ, ਸਾਡੇ ਜ਼ਮੀਰ ਦੇ ਉੱਪਰ, ਸਾਡੀ ਅਣਖ ਦੇ ਵਿੱਚ ਪਰ ਕਿ ਕੋਈ ਦੂਰ ਅੰਦੇਸ਼ੀ ਸਿੱਖ ਵੀ ਹੋਏਗਾ? ਇਹ ਲੋਨਡ ਮੋਸਲੇ ਇਹ ਗੱਲ ਕਹਿੰਦਾ ਬਲਦੇਵ ਸਿੰਘ ਦੇ ਗੇ ਗੁਜਰੇ ਰੋਲ ਨੂੰ ਦੇਖ ਕੇ। ਆਜ਼ਾਦੀ ਦੇ ਬਾਅਦ ਸਭ ਤੋਂ ਪਹਿਲਾ ਖਿਤਾਬ ਕੀ ਮਿਲਿਆ ਸਿੱਖਾਂ ਨੂੰ? ਪਹਿਲਾ ਖਿਤਾਬ ਇਹ ਮਿਲਿਆ ਕਿ ਜਿਹੜੇ ਪੰਜਾਬ ਵੈਸਟ ਪੰਜਾਬ ਤੋਂ ਤੇ ਬੰਗਾਲ ਤੋਂ ਸਿੱਖ ਆਣਗੇ ਇਹਨਾਂ ਨੂੰ ਠਹਿਰਾਣਾ ਕਿੱਥੇ ਹੈ? ਇਹ ਹੁਣ ਹੋ ਗਿਆ ਵਿਸਾਖਾਤ। ਕਿਉਂ ਕੀਤੋ ਵਿਸਾ? ਵਾਅਦੇ ਕੀਤੇ, ਕੁਰਬਾਨੀਆਂ ਦੇ ਕੇ ਵਾਅਦੇ ਕੀਤੇ। ਵਾਅਦੇ ਕਰਨ ਤੋਂ ਬਾਅਦ ਪਹਿਲਾ ਝਟਕਾ ਕੀ ਦਿੱਤਾ? ਪਹਿਲਾ ਝਟਕਾ ਇਹ ਦਿੱਤਾ ਕਿ ਜਿਹੜੇ ਸਿੱਖ ਪੰਜਾਬ ਤੋਂ ਵੈਸਟ ਪੰਜਾਬ ਤੋਂ ਪਾਕਿਸਤਾਨ ਤੋਂ ਆਣਗੇ ਉਹਨਾਂ ਨੂੰ ਇੱਕ ਜਗ੍ਹਾ ਇਕੱਠੇ ਨਹੀਂ ਹੋਣ ਦੇਣਾ। ਉਹ ਨਹੀਂ ਹੋਣ ਦਿੱਤਾ। ਜਿਹੜੇ ਹਿੰਦੂ ਮੈਜੋਰਟੀ ਵਾਲੇ ਇਲਾਕੇ ਸਨ ਉਹਦੇ ਸਿੱਖਾਂ ਨੂੰ ਜਿਹੜੀ ਵਸੋਂ ਕਰਤੀ, ਜਿਹੜੇ ਸਿੱਖ ਮੈਜੋਰਟੀ ਵਾਲੇ ਇਲਾਕੇ ਸਨ ਉਹਦੇ ਹਿੰਦੂਆਂ ਨੂੰ ਠਹਿਰਾ ਦਿੱਤਾ। ਮਿਸਾਲ ਦੇ ਤੌਰ ਤੇ ਬਹਾਵਲਪੁਰੀ, ਮੁਲਤਾਨੀ ਤੇ ਮਾਂਝੀ ਇਹ ਇਲਾਕੇ ਜਿਹੜੇ ਸਨ ਇਹ ਹਿੰਦੂਆਂ ਦੇ ਇਲਾਕੇ ਸਨ ਤੇ ਇਹਨਾਂ ਨੂੰ ਜਿਹੜਾ ਰਾਜਪੁਰਾ ਤੇ ਪਟਿਆਲੇ ਵਿਖੇ ਸ਼ਰਨ ਦੇਤੀ। ਜਿਹੜੇ ਸਿੱਖ ਜਿਹੜੇ ਆਏ ਸਨ ਸ਼ੇਖਪੁਰਾ ਤੇ ਗੁਜਰਾਂਵਾਲਾ ਤੋਂ ਜਿਹੜੇ ਆਮ ਤੌਰ ਸਿੱਖ ਸਨ ਇਹਨਾਂ ਨੂੰ ਕਰਨਾਲ ਤੇ ਕੁਰੂਕਸ਼ੇਤਰ ਦੇ ਵਿੱਚ ਜਿਹੜਾ ਇਹਨਾਂ ਦਾ ਟਿਕਾਣਾ ਕੀਤਾ ਤਾਂ ਜੋ ਸਿੱਖ ਕਿਧਰੇ ਇਕੱਠੇ ਹੋ ਕੇ ਅਲੱਗ ਸਟੇਟ ਦੀ ਮੰਗ ਨਾ ਕਰ ਸਕਣ। ਇਹ ਪਹਿਲਾ ਵਾਰ ਕੀਤਾ ਇਹਨਾਂ ਨੇ। ਦੂਸਰਾ ਵਾਰ ਕੀ ਕੀਤਾ? ਜਿਹੜੇ ਪਾਕਿਸਤਾਨ ਤੋਂ ਸਿੱਖ ਆਏ ਸਨ ਇਹ ਜਰਾਇਮ ਪੇਸ਼ਾ ਕੌਮ ਹੈ, ਇਹ ਜਰਾਇਮ ਪੇਸ਼ਾ ਕੌਮ ਹੈ, ਇਹਨਾਂ ਪਰ ਬਿਲਕੁਲ ਵਿਸ਼ਵਾਸ ਨਾ ਕੀਤਾ ਜਾਏ। ਤੀਸਰਾ ਵਾਰ ਕੀ ਕੀਤਾ? ਜਿਹੜੇ ਹੁਣੇ ਥੋੜਾ ਸਮਾਂ ਪਹਿਲੇ ਜਿਹੜੇ ਹਿੰਦੂ ਤੋਂ ਸਿੱਖ ਬਣੇ ਸਨ ਜਿਹਨੂੰ ਸੋ ਕਾਲਡ ਸ਼ਡਿਊਲ ਕਾਸਟ ਕਹਿੰਦੇ ਨੇ ਉਹਨਾਂ ਨੂੰ ਜਿਹੜੀ ਹੈ ਨਵੇਂ ਵਜ਼ੀਫੇ ਦੇਣੇ ਸ਼ੁਰੂ ਕੀਤੇ। ਉਹਨਾਂ ਦੀਆਂ ਸੀਟਾਂ ਰਾਖਵੀਆਂ ਕੀਤੀਆਂ ਅਸੈਂਬਲੀ ਦੇ ਵਿੱਚ, ਉਹਨਾਂ ਨੂੰ ਸੀਟਾਂ ਦਿੱਤੀਆਂ। ਫਿਰ ਉਹਨਾਂ ਨੇ ਕੀ ਕੀਤਾ? ਨਾਲ ਇਹ ਵੀ ਕਹਿਤਾ ਕਿ ਇਹ ਜਿਹੜੇ ਸਾਰੀਆਂ ਜਿਹੜੀਆਂ ਅਸੀਂ ਬੈਨੀਫਿਟਸ ਦੇ ਰਹੇ ਹਾਂ ਇਹ ਕੇਵਲ ਹਿੰਦੂ ਸ਼ਡਿਊਲ ਕਾਸਟ ਵਾਸਤੇ ਨੇ ਤੇ ਜਿਹੜੇ 7-8 ਜਿਹੜਾ ਹਿੰਦੂ ਜਿਹੜਾ ਸਿੱਖ ਬਣਿਆ ਸੀ ਤਾਜ਼ਾ ਇਹ ਸਾਰਾ ਕੇਸ ਕਟਾ ਕੇ ਫਿਰ ਜਿਹੜਾ ਹਿੰਦੂ ਜਿਹੜਾ ਬੋਂਗੀ ਤੇ ਸ਼ਾਮਲ ਹੋ ਗਿਆ। ਇਹਦੇ ਨਾਲ ਧਰਮ ਪ੍ਰਚਾਰ ਦਾ ਜਿਹੜਾ ਕੰਮ ਚੱਲ ਰਿਹਾ ਸੀ ਅਲੀਗੜ੍ਹ ਮਿਸ਼ਨ ਤੇ ਹਾਪੜਾ ਮਿਸ਼ਨ ਇਹ ਸਦਾ ਲਈ ਯੂਪੀ ਵਿੱਚ ਬੰਦ ਹੋ ਗਿਆ। ਇਹ ਤੀਸਰਾ ਖਿਤਾਬ ਸਾਨੂੰ ਮਿਲਿਆ। ਚੌਥਾ ਖਿਤਾਬ ਬੜਾ ਕਮਾਲ ਦਾ ਮਿਲਿਆ ਕਾਂਸਟੀਟਿਊਸ਼ਨ ਅਸੈਂਬਲੀ ਦੇ ਵਿੱਚ ਕਿਹਾ ਅੱਜ ਤੋਂ ਬਾਅਦ ਲੋਕ ਸਭਾ ਦੀ ਤੇ ਰਾਜ ਸਭਾ ਦੀਆਂ ਅਸੈਂਬਲੀ ਦੀਆਂ ਜਿਹੜੀਆਂ ਚੋਣਾਂ ਹੋਣਗੀਆਂ ਇਹਦੇ ਵਿੱਚ ਸੈਪਰੇਟ ਇਲੈਕਟੋਰੇਟ ਨਹੀਂ ਹੋਏਗਾ। ਜਿਹੜੇ ਸਿੱਖ ਸ਼ੁਰੂ ਤੋਂ ਮੰਗ ਕਰਦੇ ਆ ਰਹੇ ਸਨ ਜੁਆਇੰਟ ਇਲੈਕਟੋਰੇਟ ਹੋਏਗਾ ਅਤੇ ਕਿਸੇ ਵੀ ਜਾਤ ਦੇ ਲਈ ਕਿਸੇ ਵੀ ਵੱਖਰੀ ਜਿਹੜੀ ਹੈ ਉਹ ਕੌਮ ਦੇ ਲਈ ਘੱਟ ਗਿਣਤੀ ਲਈ ਵੱਖਰੀਆਂ ਸੀਟਾਂ ਨਹੀਂ ਹੋਣਗੀਆਂ। ਇਹ ਮਿਲਿਆ ਕਿਤਾਬ। ਜਦੋਂ ਇਹ ਗੱਲ ਸੁਣੀ 8 ਅਗਸਤ 1948 ਵਿੱਚ ਇਸ ਵਕਤ ਰਿਪੋਰਟ ਆਈ
ਕੌਂਸਟੀਟਿਊਸ਼ਨ ਅਸੈਂਬਲੀ ਦੀ ਸਬ ਕਮੇਟੀ ਦੀ ਰਿਪੋਰਟ ਆਈ ਤੇ ਸਰਦਾਰ ਪਟੇਲ ਨੇ ਕਹਿ ਦਿੱਤਾ ਕਿ ਅਗਰ ਮੁਸਲਮਾਨਾਂ ਨੇ ਪਾਕਿਸਤਾਨ ਲੈ ਲਿਆ ਇਹ ਸਾਰਾ ਦੇਸ਼ ਹੁਣ ਹਿੰਦੂਆਂ ਦਾ ਦੇਸ਼ ਹੈ। ਤੇ ਕੱਟਜੂ ਨੇ ਗੱਲ ਕਹਿਤੀ ਹੁਣ ਸਿੱਖਾਂ ਦੀ ਜਿਹੜੀ ਹੈ ਉਹ ਭਲਾਈ ਇਸ ਵਿੱਚ ਹੈ ਕਿ ਆਪਣੇ ਆਪ ਨੂੰ ਬਹੁਪੱਖੀ ਜਮਹੂਰੀਅਤ ਵਿੱਚ ਸ਼ਾਮਿਲ ਕਰ ਲੈਣ। ਇਹ ਖਿਤਾਬ ਮਿਲਿਆ। ਚੌਥਾ ਖਿਤਾਬ ਮਿਲਿਆ ਕਿ ਅਸੈਂਬਲੀ ਸੈਪਰੇਟ ਇਲੈਕਟੋਰੇਟ ਨਹੀਂ ਹੋਏਗਾ, ਸੀਟਾਂ ਰਾਖਵੀਆਂ ਨਹੀਂ ਕੀਤੀਆਂ ਜਾਣਗੀਆਂ। ਉਸ ਦੇ ਬਾਅਦ ਕੀ ਕੀਤਾ ਕਿ ਸੰਵਿਧਾਨ ਦੇ ਵਿੱਚ ਇਹ ਗੱਲ ਕਹਿ ਦਿੱਤੀ ਕਿ ਸਿੱਖ ਜਿਹੜੇ ਨੇ ਇਹਦੇ ਪਰ ਹਿੰਦੂਆਂ ਦੀਆਂ ਧਾਰਾਵਾਂ ਲਾਗੂ ਹੋਣਗੀਆਂ, ਮੁਸਲਮਾਨ ਤੇ ਈਸਾਈਆਂ ਦੇ ਉੱਪਰ ਹਿੰਦੂ ਧਾਰਾਵਾਂ ਲਾਗੂ ਨਹੀਂ ਹੁੰਦੀਆਂ। ਸਿੱਖਾਂ ਦੇ ਉੱਪਰ, ਬੋਧੀਆਂ ਦੇ ਉੱਪਰ, ਜੈਨੀਆਂ ਦੇ ਉੱਪਰ ਅੱਜ ਵੀ ਹਿੰਦੂ ਕੋਡ ਦੀਆਂ ਧਾਰਾਵਾਂ ਲਾਗੂ ਹੁੰਦੀਆਂ ਹਨ। ਭਾਵੇਂ ਅਸੀਂ ਕਹੀ ਜਾਈਏ ਕਿ ਹਮ ਹਿੰਦੂ ਨਹੀਂ, ਭਾਵੇਂ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ ਹੋਏ ਨਾ ਹਮ ਹਿੰਦੂ ਨਾ ਮੁਸਲਮਾਨ, ਲੇਕਿਨ ਭਾਰਤ ਦਾ ਵਿਧਾਨ ਕਹਿੰਦਾ, ਭਾਰਤ ਦਾ ਸੰਵਿਧਾਨ ਕਹਿੰਦਾ ਅਸੀਂ ਹਿੰਦੂ ਹਾਂ। ਕਾਨੂੰਨ ਦੀ ਦੁਨੀਆ ਵਿੱਚ ਅਸੀਂ ਅੱਜ ਵੀ ਹਿੰਦੂ ਹੀ ਹਾਂ, ਅਸੀਂ ਵੱਖਰੀ ਲੜਾਈ ਨਹੀਂ ਲੜ ਸਕਦੇ। ਕਾਨੂੰਨ ਅੱਜ ਵੀ ਕਹਿੰਦਾ, ਸੰਵਿਧਾਨ ਅੱਜ ਵੀ ਕਹਿੰਦਾ ਹਿੰਦੂ ਹਨ। ਇਹ ਗੱਲ ਸੁਣ ਕੇ ਦੋ ਸਰਦਾਰ ਸਨ, ਹੁਕਮ ਸਿੰਘ ਤੇ ਭੁਪਿੰਦਰ ਸਿੰਘ, ਇਹਨਾਂ ਦੋ ਸਰਦਾਰਾਂ ਨੇ ਅਸੈਂਬਲੀ ਦੇ ਸੰਵਿਧਾਨ ਦੇ ਉੱਪਰ ਜਿਹੜਾ ਦਸਤਖਤ ਕਰਨ ਤੋਂ ਇਨਕਾਰ ਕਰ ਦਿੱਤਾ ਕਿ ਅਸੀਂ ਸਿੱਖਾਂ ਦੇ ਨੁਮਾਇੰਦੇ ਹਾਂ, ਅਸੀਂ ਦਸਤਖਤ ਨਹੀਂ ਕਰਾਂਗੇ। ਨਾਲ ਕੀ ਕਿਹਾ, the Sikhs do not accept this constitution and Sikh reject this constitution। ਸਿੱਖਾਂ ਨੂੰ ਇਹ ਸੰਵਿਧਾਨ ਜਿਹੜਾ ਪ੍ਰਵਾਨ ਨਹੀਂ ਹੈ। ਜਦੋਂ ਇਸ ਤਰ੍ਹਾਂ ਦੇ ਸਿੱਖਾਂ ਦੇ ਆਗੂ ਫੈਸਲੇ ਲੈਂਦੇ ਨਾ, ਫਿਰ ਸਰਦਾਰਾਂ ਚੋਗਾ ਪਾਉਂਦੀਆਂ। ਉਹ ਚੋਗਾ ਪਾਇਆ ਇਹਨਾਂ ਨੂੰ ਵੀ, ਨਹਿਰੂ ਨੇ ਇਹਨਾਂ ਨੂੰ ਵੀ ਚੋਗਾ ਪਾਇਆ ਤੇ ਹੁਕਮ ਸਿੰਘ ਨੂੰ ਸਪੀਕਰ ਦੀ ਕੁਰਸੀ ਤੇ ਬਿਠਾ ਦਿੱਤਾ। ਹੁਣ ਜਿਹੜਾ ਹੁਕਮ ਸਿੰਘ ਇਹ ਗੱਲ ਕਹਿੰਦਾ ਸੀ ਕਿ ਸਿੱਖ ਡੂ ਨਾਟ ਅਸੈਪਟ ਦਿਸ ਕਾਨਸਟੀਟਿਊਸ਼ਨ, ਸਿੱਖ ਰਿਜੈਕਟ ਦਿਸ ਕਾਨਸਟੀਟਿਊਸ਼ਨ, ਉਹ ਉਸੇ ਕਾਨਸਟੀਟਿਊਸ਼ਨ ਸੰਵਿਧਾਨ ਦੇ ਉੱਪਰ ਕਸਮ ਖਾ ਕੇ, ਸਹੁੰ ਖਾ ਕੇ ਕਹਿੰਦਾ ਕਿ ਮੈਂ ਇਹਦਾ ਵਚਨਬੰਦ ਰਹਾਂਗਾ। ਸਪੀਕਰ ਦੀ ਕੁਰਸੀ ਤੇ ਜਾ ਕੇ ਬੈਠ ਗਿਆ। ਇਸ ਤਰ੍ਹਾਂ ਦੇ ਚੋਗੇ ਸਰਕਾਰਾਂ ਪੈਂਦੀਆਂ ਤੇ ਮਛਲੀ ਜਾਲ ਨਾ ਜਾਣਿਆ ਸਿੱਖ ਜਿਹੜੇ ਨਾਲ ਫਸਦਾ ਜਾਂਦਾ, ਪਾਉਂਦੀਆਂ ਪਾ ਰਹੀਆਂ ਤੇ ਪਾਉਂਦੀਆਂ ਰਹਿ ਇਸ ਤਰ੍ਹਾਂ ਚੋਗੇ। ਅਗਲਾ ਕੀ ਕੀਤਾ ਕਿ ਪੰਜਾਬੀ ਸੂਬਾ ਦਿੱਲੀ ਬਣ ਗਿਆ, तेलुगु बन गया, तमिल बन गया, असामी बन गया। जो सिखा की वारी आई इन्होंने पंजाबी सेवा देने तो इनकार कर दिया। असं सारे जानते हैं इतिहास कितनी लड़ाई लड़ी। मिलिया जिस वक्त इंदिरा गांधी माई ट्रुथ में लिखती है, मैं जिस वक्त सूबा बनया मैं बड़ी जगह भज्जी जाके रोकने वास्ते, मैं नहीं रोक पाई। तो जिस वक्त उस वक्त होम मिनिस्टर श्री नंदा वो की कहता मैं ऐसा सूबा देंगा ना सारी उम्र रोंदे रहणगे बैठ के। ऐसा सूबा मिलिया लंगड़ा, हिमाचल कटता, हरियाणा कटता, कैपिटल कटती, ऐसा सूबा मिलिया सन। उसके बाद ये इंडिपेंडेंट स्टडी ऑफ हिंदू सिख कन्फ्लिक्ट इन पंजाब 2 फॉरन दे सन। इंडिपेंडेंट स्टडी की उन्होंने। वो कहता यार हैरान हो गई जुलाई 1984 ਦੇ ਵਿੱਚ, कहता मैनू हुण पता चलिया कि हिंदू ते सिखां दी कन्फ्लिक्ट मेन जड़ की है। कहता उस वक्त हिंदुओं ने अपनी लैंग्वेज मरदमशुमारी वक्त 1961 वक्त अपनी हिंदी लिखवाई कि साडी हिंदी लैंग्वेज है। जिस वक्त पूरे पंजाब दे विच एक भी पेपर हिंदी का नहीं सी, एक भी न्यूज़ पेपर हिंदी का नहीं सी। इन्होंने अपनी लैंग्वेज हिंदी लिखाई तो पंजाब 2 सूबे बन गए, एक हिंदी सूबा बन गया, पंजाबी सूबा बन गया। एक खिताब दिता। उसके बाद फौजियां की जिस बारी आई आज़ादी तो पहला जी सिखां की गिनती थी फौज के 30% सी, एक घटा के इन्होंने 1.5% करती। उसके बाद पानिया का मसला असीं सारे जानते हैं, साडा पानी खो के जिहड़ा वो गैर पंजाबी सूबे में वंडना शुरू कर दिता अते नाल नाल जिहड़ा रहिंदा पानी सी उन्होंने भी जिहड़ा भेजण दे मनसूबे बना दिते। ये सारे वार साडे उपर होए अते हो रहे हैं। ये सारा कुछ देख के जिस वक्त सिखां की पंजाबी धरती खोली, पंजाबी बोलदा सूबा खोलिया, कैपिटल खोली, पानी खोलिया, फिर सिखां ने आवाज़ की असी वखरी कौम। बस ये कहने की देर सी। बस अतवादी, वखवादी, खालिस्तानी, देशद्रोही इस तरह डिग्रियां प्राप्त करनी शुरू हो गई। और अज तक जेड़ा सिख ये गल कहेगा हम हिंदू नहीं असी वखरी कौम है, उहदे वास्ते खिताब तैयार है। जेड़ी सरकार जेड़ी सोच एक कैच छड्डण ते, एक क्रिकेट मैच के कैच छड्डण ते खालिस्तान का खिताब तैयार है साडे वास्ते, उहदे कोल तुसीं होर की उम्मीद लगा सकते हो? तुसीं कुछ उम्मीद नहीं लगा। सानू आप सुचेत होना पैना। उहदे बाद 84 ਵਿੱਚ देख लो, जब तक इन्हां दी जहनीयत नहीं पकड़ांगे, इन्हां दी सोच नहीं पकड़ांगे, सानू गल समझ नहीं आएगी। इन्हां दी जहनीयत, इन्हां दी सोच देखो। 1984 ਦੇ ਵਿੱਚ 28 बच्चे पकड़ते हैं 4 ਤੋਂ 12 साल ਦੇ, उन्हां पर दफा की लगती है 105 ਤੇ 171। ये अमन भंग करनगे, ये पुलिस दे पर जुल्म करनगे, ये दफा लगाती है 4 ਤੇ 12 साल के बच्चे। ये सोच है इन्हां दी। गल्लां विच टैर पाए जाण। जदों भी गल होएगी, जिस वक्त 1984 दिल्ली वापरदा उस वक्त सुल्तानपुर कलोनी दे विच इन्होंने सिखां नूं इकट्ठा किया, नौजवानों नूं, इन्हां दी दाड़ियां ते केस कतल करके नाई कोलों कटवा के 21 रुपए 21 रुपए जिहड़े हर एक सिख कोलों नाई नूं दिलवाए। ये सोच है इन्हां दी। ये गल्लां विच टैर पा के भंगड़ा पा सकदे ने, ये इन्हां दी सोच है। जद भी गल होएगी सीधा साडी पगड़ी पर ते साडी दाड़ी पर वार करेंगे। तो देख लो
ਪੂਰਾ 1984 ਦਾ ਘੋਲ ਦੇਖ ਲਓ, ਹਰਿਆਣੇ ਦੀ ਬੱਸਾਂ ਵਿੱਚ ਸਿੱਖਾਂ ਨੂੰ ਪਕੜ ਕੇ ਉਤਾਰ ਕੇ ਦਾੜੀ ਤੇ ਕੇਸ ਕੱਟੇ ਜਾਂਦੇ ਸਨ। ਇਹਨਾਂ ਦਾ ਟਾਰਗੇਟ ਹੀ ਇਹੀ ਹੈ। ਔਰ ਜਿਸ ਵਕਤ ਦੁਬਾਰਾ ਗੱਲ ਵਾਪਰਨੀ ਹੈ ਨਾ, ਇਹ ਗੱਲ ਧਿਆਨ ਰੱਖਿਆ ਹੈ, ਉਹਨਾਂ ਨੇ ਇਹ ਨਹੀਂ ਦੇਖਣਾ ਕਿ ਕਿਸ ਸੰਸਥਾ ਦਾ ਬੰਦਾ ਹੈ, ਇਹ ਬੀਜੇਪੀ ਦਾ ਹੈ ਕਿ ਕਾਂਗਰਸ ਦਾ, ਇਹ ਖੰਡ ਕੀਰਤੀ ਨੇ, ਉਹਨਾਂ ਨੇ ਇਹ ਚੀਜ਼ ਨਹੀਂ ਦੇਖਣੀ। ਉਹਨਾਂ ਨੇ ਇਹ ਨਹੀਂ ਦੇਖਣਾ ਕਿ ਢੱਡੀਆਂ ਵਾਲੇ ਦਾ, ਪ੍ਰੋਫੈਸਰ ਦਰਸ਼ਨ ਸਿੰਘ ਦਾ, ਇੰਦਰਪਾਲ ਸਿੰਘ ਦਾ, ਕਿਸ ਚੀਜ਼ ਉਹਨਾਂ ਨੇ ਨਹੀਂ ਦੇਖਣਾ। ਸਿਰ ਪਰ ਪਗੜੀ ਤੇ ਮੂੰਹ ਦੇ ਉੱਪਰ ਦਾੜੀ ਸਾਡੀ ਮੌਤ ਦੇ ਵਾਰੰਟ ਹੋਣਗੇ, ਉਹਨਾਂ ਨੇ ਨਹੀਂ ਦੇਖਣਾ। ਅੰਤ ਦੇ ਵਿੱਚ ਸਮਾਂ ਮੇਰਾ ਸਿਰਫ 2 ਮਿੰਟ ਰਹਿ ਗਿਆ। ਆਖਿਰ ਦੇ ਵਿੱਚ ਜੋ ਮੈਂ ਕੰਪਾਈਲ ਕਰ ਪਾਇਆ ਵਿਸ਼ੇ ਨੂੰ ਸਿਰਫ ਕੁਝ ਸਤਰਾਂ ਕਹਿ ਕੇ ਮੰਡ ਦੀਆਂ, ਮੈਂ ਆਪ ਜੀ ਤੋਂ क्षमा ਮੰਗ ਲਾਂਗਾ। ਮੰਡ ਨੇ ਬੜੀ ਕਮਾਲ ਦੀ ਸਤਰਾਂ ਲਿਖੀਆਂ ਜਿਹੜੀਆਂ ਇਸ ਵਿਸ਼ੇ ਨੂੰ ਪੂਰਾ ਦਾ ਪੂਰਾ ਕੰਪਾਈਲ ਕਰ ਲੈਣੀਆਂ। ਅੱਜ ਬਾਜਾਂ ਵਾਲਿਆ ਵੇਖ ਲੈ ਤੇਰੀ ਕੌਮ ਦੇ ਬਦਲੇ ਰੰਗ, ਸਾਨੂੰ ਵਕਤ ਨੇ ਮਾਰਾਂ ਮਾਰੀਆਂ ਅਸੀਂ ਮੁੜ ਤੋਂ ਹੋ ਗਏ ਨੰਗ, ਸਾਨੂੰ ਆਨ ਗੁਲਾਮੀ ਘੇਰਿਆ ਸਾਡੇ ਸ਼ਾਹੀ ਵਰਦੀ ਜ਼ਹਿਰ, ਅਸੀਂ ਫਿਰਦੇ ਡੱਗ ਮਗਾਮਦੇ ਸਾਡੇ ਲੰਗੜੇ ਹੋ ਗਏ ਪੈਰ। ਅੱਜ ਕੋਈ ਨਹੀਂ ਗੱਲ ਨਾਲ ਲਾਉਂਦਾ ਸਾਡੀ ਰੋਂਦੀ ਜਿੰਦ ਨਿਮਾਣੀ ਨੂੰ, ਮੈਂ ਦੇਸ਼ ਨਹੀਂ ਆਪਣਾ ਮੰਨਦਾ ਜਿੱਥੇ ਅੱਗਾ ਲੱਗਣ ਬਾਣੀ ਨੂੰ। ਅਸੀਂ ਲੋਹ ਦੇ ਦਰਿਆ ਰੋੜ ਕੇ ਕੀਤੀ ਬਤਰ ਹਿੰਦ ਦੀ ਧੋਂ, ਸਾਡਾ ਇਹਦਾ ਨਾਮ ਹੈ ਮਿਲਿਆ ਸਾਨੂੰ, ਸਾਡੇ ਮਾਸੋਂ ਪੁੱਟੇ ਲੋਂ, ਸਾਡੇ ਤਖਤ ਦੇ ਤੋਪਾਂ ਚਾੜੀਆਂ, ਸਾਡੀ ਹਰ ਪਰ ਲੋਵੇ ਅੱਖ, ਅਸੀਂ ਰੁੰਝੇ ਹੋਈਏ ਖੂਨ ਦੇ ਸਾਡੀ ਮਾਰੀ ਗਈ ਹੈ ਮੱਤ। ਅੱਜ ਕੋਈ ਨਹੀਂ ਗੱਲ ਨਾਲ ਲਾਉਂਦਾ ਸਾਡੀ ਰੋਂਦੀ ਜਿੰਦ ਨਿਮਾਣੀ ਨੂੰ, ਮੈਂ ਦੇਸ਼ ਨਹੀਂ ਆਪਣਾ ਮੰਨਦਾ ਜਿੱਥੇ ਅੱਗਾ ਲੱਗਣ ਬਾਣੀ ਨੂੰ। ਅਸੀਂ ਸਾਂਝ ਤੇ ਧੋਖਾ ਖਾ ਲਿਆ ਸਾਡਾ ਦੁਸ਼ਮਣ ਬਣਿਆ ਯਾਰ, ਸਾਨੂੰ ਅੱਗੂ ਜੱਫੀਆਂ ਪਾਉਂਦਿਆਂ ਤੇ ਪਿੱਛੇ ਕਰਦਾ ਵਾਰ, ਸਾਡੇ ਬੋਲਣ ਤੇ ਪਾਬੰਦੀਆਂ ਤੇ ਹੁਕਮ ਨਾ ਸੁਣਦਾ ਕੋਈ, ਇਹ ਧਰਤੀ ਅੱਜ ਪੰਜਾਬ ਦੀ ਰੋ ਕਮਲੀ ਹੋਈ। ਮੈਂ ਚੁੱਕ ਮੱਥੇ ਲਾਉਂਦਾ ਇਸ ਖੂਨ 'ਚ ਵੱਜੀ ਕਹਾਣੀ ਨੂੰ, ਮੈਂ ਦੇਸ਼ ਨਹੀਂ ਆਪਣਾ ਮੰਨਦਾ ਜਿੱਥੇ ਅੱਗਾ ਲੱਗਣ ਬਾਣੀ ਨੂੰ। ਅਸੀਂ ਬਿਖਰੇ ਪੈਂਡੇ ਚੱਲ ਕੇ ਆਏ ਬਿਰਹਾਂ ਵਾਲੇ ਸ਼ਹਿਰ, ਅਸੀਂ ਆਪਣੇ ਵਿੱਚ ਮਕਾਨ ਤੇ ਬਣ ਕੇ ਵਸੇ ਗੈਰ, ਸਾਡੇ ਸਿਰ ਤੇ ਝੱਖੜ ਝੁਲਦੇ ਤੇ ਸੀਨੇ ਬਲਦੀ ਅੱਗ, ਉਹ ਮੇਰੀ ਰੂਹ ਹੈ ਚੀਕਾਂ ਮਾਰਦੀ ਵੇਖ ਪੈੜੀ ਰੁਲਦੀ ਪੱਗ। ਅੱਜ ਕੋਈ ਵੀ ਨਹੀਂ ਸੁਲਝਾਉਂਦਾ ਇਸ ਹੋਰ ਉਲਝਦੀ ਢਾਣੀ ਨੂੰ, ਮੈਂ ਦੇਸ਼ ਨਹੀਂ ਆਪਣਾ ਮੰਨਦਾ ਜਿੱਥੇ ਅੱਗਾ ਲੱਗਣ ਬਾਣੀ ਨੂੰ। ਉਹ ਕੋਈ ਸਰੂਪ ਗੁਰਾਂ ਦੇ ਸਾੜਦਾ, ਕੋਈ ਰਚਦਾ ਹੈ ਸਵਾਂਗ, ਵੇਖ ਘੁੰਮਦੇ ਵਾਂਗਰ ਰਾਜੀਆਂ ਮੇਰੀ ਨਿਕਲਦੀ ਹੈ ਬਾਂਗ, ਮੇਰੀ ਅਣਖ ਨੂੰ ਆਣ ਕਚੀਚੀਆਂ ਤੇ ਰੋਲਾ ਪਾਵੇ ਜ਼ਮੀਰ, ਮੈਂ ਪੁੱਛਾਂ ਵੱਡਾ ਰੱਬ ਆ ਕੈਸੀ ਲਿਖਦੀ ਤੂੰ ਤਸਵੀਰ। ਅੱਜ ਕਿਉਂ ਨਹੀਂ ਤੂੰ ਸੁਲਝਾਉਂਦਾ ਇਸ ਸੰਡਿਆਂ ਦੀ ਢਾਣੀ ਨੂੰ, ਮੈਂ ਦੇਸ਼ ਨਹੀਂ ਆਪਣਾ ਮੰਨਦਾ ਜਿੱਥੇ ਅੱਗਾ ਲੱਗਣ ਬਾਣੀ ਨੂੰ। ਅੱਜ ਗੱਭਰੂ ਮੇਰੇ ਦੇਸ਼ ਤੇ ਅਖੀਰਲੀ ਬੰਦ, ਅੱਜ ਗੱਭਰੂ ਮੇਰੇ ਦੇਸ਼ ਤੇ ਕਿਉਂ ਬਦਲੀ ਵੈਸੇ ਭੇਟ, ਕੁਛ ਵਸ ਨਸ਼ਿਆਂ ਦੇ ਪੈ ਗਏ, ਕੁਛ ਤੁਰ ਗਏ ਨੇ ਪਰਦੇਸ, ਹੱਥਾਂ ਵਿੱਚ ਡਿਗਰੀਆਂ ਮਹਿੰਗੀਆਂ, ਬਨ ਵੇਟਰ ਕਮਾਂਡ ਰੁਪਈਏ, ਸਾਡੇ ਹਿੱਸੇ ਦੀਆਂ 2 ਕੁਰਸੀਆਂ ਉੱਥੇ ਆਣ ਬੈਠੇ ਨੇ ਭਈਏ। ਮੱਡ ਸੱਦੇ ਭਿੰਡਰਾਂ ਵਾਲਿਆ ਅੱਜ ਸਾਂਭ ਲੈ ਫਿਰ ਜਵਾਨੀ ਨੂੰ, ਮੈਂ ਦੇਸ਼ ਨਹੀਂ ਆਪਣਾ ਮੰਨਦਾ ਜਿੱਥੇ ਅੱਗਾ ਲੱਗਣ ਬਾਣੀ ਨੂੰ। ਸਾਨੂੰ ਵੀ ਗੱਲ ਸਮਝ ਆ ਜਾਣੀ ਚਾਹੀਦੀ ਹੈ, ਉਹਨਾਂ ਨੂੰ ਵੀ ਸਮੇਂ ਦੀਆਂ ਸਰਕਾਰਾਂ ਨੂੰ ਗੱਲ ਸਮਝ ਆ ਜਾਣੀ ਚਾਹੀਦੀ ਹੈ ਜੋ ਚੰਦਰ ਸ਼ੇਖਰ ਨੇ ਕਹੀ ਸੀ, if Sikhs are unhappy the country cannot be happy, if Sikhs are liquidated country cannot survive। ਅਗਰ ਸਿੱਖ ਨਾ ਖੁਸ਼ ਰਹਿਣਗੇ ਕੰਟਰੀ ਕਦੇ ਵੀ ਖੁਸ਼ ਨਹੀਂ ਰਹੇਗੀ, ਸਿੱਖਾਂ ਨੂੰ ਖਤਮ ਕਰੋਗੇ ਕੰਟਰੀ ਕਦੇ ਵੀ ਸਰਵਾਈਵ ਨਹੀਂ ਕਰ ਸਕਦੀ। ਭੁੱਲ ਚੁੱਕਾ ਸਮਾਂ ਬਖਸ਼ਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।